ਇੱਕ ਦਿਨ ਦੁਪਹਿਰ ਦੇ ਵਕਤ ਸੰਤ ਜੀ ਮਹਾਰਾਜ ਹੀਸ ਦੇ ਇੱਕ ਬੂਟੇ ਹੇਠਾਂ, ਜੋ ਕਿ ਪੂਰੀ ਗੁਫਾ ਦੀ ਸ਼ਕਲ ਵਿੱਚ ਸੀ, ਬਿਰਾਜਮਾਨ ਸਨ। ਭਾਈ ਅਮਲਾ ਸਿੰਘ ਜੀ ਅਤੇ ਭਾਈ ਹਰੀ ਸਿੰਘ ਜੀ ਬਾਹਰ ਪਹਿਰੇ 'ਤੇ ਸਨ। ਕੁਦਰਤੀ ਇਹਨਾਂ ਦੀ ਅੱਖ ਲੱਗ ਗਈ। ਕਿਸੇ ਪ੍ਰੇਮੀ ਨੇ ਸੰਤ ਜੀ ਦਾ ਪਰਤਾਵਾ ਲੈਣ ਵਾਸਤੇ 2 ਜਵਾਨ ਬੀਬੀਆਂ ਭੇਜੀਆਂ। ਇਹਨਾਂ ਵਿੱਚੋਂ ਇੱਕ ਤਾਂ ਹੀਸ ਦੇ ਦਰਵਾਜ਼ੇ ਪਾਸ ਖੜੀ ਹੋ ਗਈ ਅਤੇ ਦੂਜੀ ਅੰਦਰ ਵੜ ਗਈ। ਸੰਤ ਜੀ ਪਲੰਘ 'ਤੇ ਲੇਟੇ ਸਨ। ਬੀਬੀ ਮੰਜੇ ਪਾਸ ਚਲੀ ਗਈ ਅਤੇ ਜਗਾਉਣ ਲਈ ਸਰੀਰ ਵੱਲ ਹੱਥ ਵਧਾਇਆ। ਅਜੇ ਹੱਥ ਸਰੀਰ ਨਾਲ ਛੋਇਆ ਹੀ ਸੀ ਕਿ ਸੰਤ ਜੀ ਮਹਾਰਾਜ ਉੱਠ ਕੇ ਬੈਠ ਗਏ ਅਤੇ ਉੱਚੀ ਆਵਾਜ਼ ਵਿੱਚ ਆਖਿਆ, ਕੋਈ ਹੈ? ਆਵਾਜ਼ ਸੁਣਦੇ ਹੀ ਭਾਈ ਹਰੀ ਸਿੰਘ ਜੀ ਦੌੜੇ ਆਏ। ਬੀਬੀ ਥਰ-ਥਰ ਕੰਬਣ ਲੱਗੀ ਅਤੇ ਘਗਿਆ ਕੇ ਰੋਣ ਲੱਗ ਪਈ। ਇੰਨੇ ਚਿਰ ਵਿੱਚ ਸਰਦਾਰ ਨਿਹਾਲ ਸਿੰਘ ਜੀ ਬੀੜ ਵਾਲੇ ਵੀ ਕੁਝ ਫਲ ਲੈ ਕੇ ਆ ਨਿਕਲੇ। ਬੀਬੀ ਦੀ ਪਛਤਾਵੇ ਦੀ ਦਸ਼ਾ ਦੇਖ ਕੇ ਸੰਤ ਜੀ ਨੇ ਮਿਹਰ ਦੀ ਨਿਗਾਹ ਕੀਤੀ ਅਤੇ ਪੁੱਤਰੀ ਆਖ ਕੇ ਠੰਡ ਪਾਈ। ਸੰਤ ਜੀ ਮਹਾਰਾਜ ਦਾ ਦੀਵਾਨ ਮਸਤੂਆਣੇ ਲੱਗਾ ਹੋਇਆ ਸੀ। ਨਾਭੇ ਦੀ ਪੁਲਿਸ ਦਾ ਸਿਪਾਹੀ ਇੱਕ ਕੈਦੀ ਨੂੰ ਲਈ ਜਾਂਦਾ ਅਤੇ ਉੱਥੇ ਆ ਨਿਕਲਿਆ। ਸ਼ਬਦ ਕੀਰਤਨ ਸੁਣ ਕੇ ਦੀਵਾਨ ਵਿੱਚ ਆ ਬੈਠਾ। ਸੰਤ ਜੀ ਮਹਾਰਾਜ ਦੀ ਨਿਗਾਹ ਕੈਦੀ 'ਤੇ ਪਈ। ਹਿਰਦੇ ਵਿੱਚ ਮਿਹਰ ਆ ਗਈ। ਸਿਪਾਹੀ ਨੂੰ ਆਖਿਆ, ਭਾਈ ਇਸ ਨੂੰ ਛੱਡ ਦੇ, ਇੱਥੋਂ ਤਾਂ ਜੰਮ ਵੀ ਕਿਸੇ ਪ੍ਰਾਣੀ ਨੂੰ ਨਹੀਂ ਲੈ ਜਾ ਸਕਦੇ। ਸਿਪਾਹੀ ਨੇ ਕਿਹਾ, ਮਹਾਰਾਜ ਜੀ ਛੱਡ ਤਾਂ ਦੇਵਾਂ, ਪਰ ਮੈਂ ਮਾਰਿਆ ਜਾਵਾਂਗਾ। ਸੰਤ ਜੀ ਨੇ ਫਰਮਾਇਆ, ਭਾਈ ਤੂੰ ਛੱਡ ਦੇ, ਅਸੀਂ ਤੇਰੇ ਜ਼ਿੰਮੇਵਾਰ ਹਾਂ, ਤੇਰਾ ਵਾਲ ਵੀ ਵਿੰਗਾ ਨਹੀਂ ਹੋਵੇਗਾ। ਸੰਤ ਜੀ ਮਹਾਰਾਜ ਦੇ ਜਲਾਲ ਅਤੇ ਤਪ ਤੇਜ ਨੂੰ ਦੇਖ ਕੇ ਸਿਪਾਹੀ ਨੇ ਬਚਨ ਮੰਨ ਲਿਆ ਅਤੇ ਕੈਦੀ ਨੂੰ ਛੱਡ ਦਿੱਤਾ। ਛੁੱਟਦੇ ਸਾਰ ਹੀ ਕੈਦੀ ਦਾ ਜੀਵਨ ਪਲਟ ਗਿਆ। ਉਸੇ ਵੇਲੇ ਟੋਕਰੀ ਢੋਣ ਲੱਗ ਪਿਆ ਅਤੇ ਫਿਰ ਲੱਕੜਾਂ ਪਾੜਨ ਅਤੇ ਲੰਗਰ ਦੀ ਸੇਵਾ ਵਿੱਚ ਪੱਕਾ ਭਰਤੀ ਹੋ ਗਿਆ। ਸਿਪਾਹੀ ਵੀ ਸਾਰਾ ਦਿਨ ਗੁਰਸਾਗਰ ਸਾਹਿਬ ਰਿਹਾ। ਸੇਵਾ ਅਤੇ ਸਾਸੰਗ ਦਾ ਰੰਗ ਮਾਨਿਆ। ਦੂਜੇ ਦਿਨ ਨਾਭੇ ਚਲਾ ਗਿਆ। ਜਦ ਇਸ ਕੈਦੀ ਦੀ ਮਹਾਰਾਜ ਹੀਰਾ ਸਿੰਘ ਜੀ ਦੇ ਪਾਸ ਪੇਸ਼ੀ ਦੀ ਵਾਰੀ ਆਈ, ਤਦ ਇਸ ਨੇ ਮਹਾਰਾਜ ਸਾਹਿਬ ਨੂੰ ਸਾਰੀ ਗੱਲ ਸੱਚ-ਸੱਚ ਦੱਸ ਦਿੱਤੀ। ਮਹਾਰਾਜ ਸਾਹਿਬ ਹੱਸ ਪਏ ਅਤੇ ਸਿਪਾਹੀ ਨੂੰ ਕੁਝ ਵੀ ਨਾ ਆਖਿਆ। ਸੰਗਤ ਦਾ ਇੱਕ ਸਰੀਰ ਨਿੱਤ ਕਾਂਜਲੇ ਜਾਂਦਾ ਅਤੇ ਭਾਈ ਹੀਰਾ ਸਿੰਘ ਜੀ ਪਾਸੋਂ ਦੁੱਧ ਲਿਆ ਕੇ ਸੰਤ ਜੀ ਮਹਾਰਾਜ ਦੇ ਸੇਵਕਾਂ ਨੂੰ ਦਿੰਦਾ। ਸੇਵਕ ਕਾੜ੍ਹਨੀ ਵਿੱਚ ਪਾ ਕੇ ਹਾਰੇ ਵਿੱਚ ਟਿਕਾ ਦਿੰਦੇ। ਸਾਰਾ ਦਿਨ ਦੁੱਧ ਕੜੀ ਜਾਂਦਾ। ਸ਼ਾਮ ਦੇ ਵੇਲੇ ਮਹਾਰਾਜ ਇਸ ਨੂੰ ਵਰਤਦੇ। ਇੱਕ ਦਿਨ ਜਦ ਸੰਤ ਜੀ ਮਹਾਰਾਜ ਨੇ ਆਪਣੇ ਨੇਮ ਅਨੁਸਾਰ 3 ਵਜੇ ਆਪਣਾ ਦਰਵਾਜ਼ਾ ਖੋਲ੍ਹਿਆ, ਤਦ ਬਾਬਾ ਕਲਿਆਣ ਸਿੰਘ ਜੀ ਸੇਵਾ ਲਈ ਅੰਦਰ ਆ ਗਏ। ਸੰਤ ਜੀ ਦੀ ਨਿਗਾਹ ਹਾਰੇ 'ਤੇ ਪਈ। ਕੀ ਦੇਖਦੇ ਹਨ ਕਿ ਇੱਕ ਬਿੱਲੀ ਹਾਰੇ ਦੇ ਆਲੇ ਦੁਆਲੇ ਗੇੜੇ ਲਾ ਰਹੀ ਹੈ। ਸੰਤ ਜੀ ਨੇ ਭਾਈ ਕਲਿਆਣ ਸਿੰਘ ਜੀ ਨੂੰ ਆਖਿਆ, ਭਾਈ ਜੇ ਮੰਨੋ ਤਾਂ ਇੱਕ ਗੱਲ ਆਖੀਏ। ਭਾਈ ਕਲਿਆਣ ਸਿੰਘ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਹੁਕਮ ਦੇਵੋ। ਸੰਤ ਜੀ ਨੇ ਫਰਮਾਇਆ, ਹਾਰੇ ਦਾ ਚਾਪੜ ਪਰੇ ਧਰ ਦੇਵੋ ਅਤੇ ਕਾੜ੍ਹਨੀ ਤੋਂ ਚੱਪਣ ਲਾ ਦੇਵੋ, ਫਿਰ ਤੁਸੀਂ ਸਾਡੇ ਕੋਲ ਆ ਕੇ ਬੈਠ ਜਾਓ। ਬਚਨ ਮੰਨ ਕੇ ਭਾਈ ਕਲਿਆਣ ਸਿੰਘ ਜੀ ਨੇ ਹਾਰੇ ਤੋਂ ਚਾਪੜ ਹਟਾ ਦਿੱਤਾ ਅਤੇ ਦੁੱਧ ਵਾਲੀ ਕਾੜ੍ਹਨੀ ਤੋਂ ਚੱਪਣ ਲਾ ਦਿੱਤਾ ਅਤੇ ਆਪ ਸੰਤ ਜੀ ਪਾਸ ਆ ਕੇ ਬੈਠ ਗਏ। ਬਿੱਲੀ ਨੇ 1-2 ਵਾਰੀ ਤਾਂ ਚਾਰੇ ਪਾਸੇ ਤੱਕਿਆ, ਪਰ ਜਦ ਕੋਈ ਵੀ ਆਦਮੀ ਨੇੜੇ ਨਾ ਦਿਸਿਆ, ਤਦ ਨਿਸ਼ਚਿੰਤ ਹੋ ਕੇ ਹਾਰੇ ਦੇ ਕੰਢੇ 'ਤੇ ਬੈਠ ਕਾੜ੍ਹਨੀ ਵਿੱਚੋਂ ਦੁੱਧ ਪੀਣ ਲੱਗ ਪਈ। ਥੋੜ੍ਹਾ ਚਿਰ ਪੀਵੇ, ਫਿਰ ਸਾਹ ਲੈ ਲਵੇ, ਨਾਲ ਮੁੱਛਾਂ ਦੇ ਹੱਥ ਫੇਰੇ। ਇਸ ਤਰ੍ਹਾਂ ਬਿੱਲੀ ਨੇ ਬੜੇ ਪ੍ਰੇਮ ਨਾਲ ਦੁੱਧ ਛਕਿਆ। ਜਦ ਰੱਜ ਗਈ ਤਦ ਹਾਰੇ ਦੇ ਕੰਢੇ 'ਤੇ ਬੈਠੀ ਨੇ ਖੂਬ ਮੌਜ ਵਿੱਚ 2-4 ਮਿੰਟ ਆਪਣੀਆਂ ਮੁੱਛਾਂ 'ਤੇ ਹੱਥ ਫੇਰੇ। ਇੱਧਰ ਬਿੱਲੀ ਦੁੱਧ ਪੀ ਰਹੀ ਸੀ, ਉੱਧਰ ਸੰਤ ਜੀ ਮਹਾਰਾਜ ਇਸ ਨੂੰ ਆਨੰਦ ਦੇਖ ਕੇ ਬੜੇ ਪ੍ਰੇਮ ਵਿੱਚ ਮੁਸਕਰਾ ਰਹੇ ਸਨ। ਮੱਥਾ ਖਿੜ ਰਿਹਾ ਸੀ ਅਤੇ ਅੰਮ੍ਰਿਤ ਦ੍ਰਿਸ਼ਟ ਵਿੱਚ ਭਾਗ ਭਰੀ ਬਿੱਲੀ 'ਤੇ ਪੈ ਰਹੀ ਸੀ। ਜਦ ਇਹ ਰੱਜ ਕੇ ਬੈਠ ਗਈ ਅਤੇ ਬੜੀ ਮੌਜ ਵਿੱਚ ਮੁੱਛਾਂ 'ਤੇ ਹੱਥ ਫੇਰਨ ਲੱਗ ਪਈ, ਤਦ ਸੰਤ ਜੀ ਬੜੇ ਖਿੜ ਕੇ ਹੱਸ ਪਏ ਅਤੇ ਭਾਈ ਕਲਿਆਣ ਸਿੰਘ ਜੀ ਨੂੰ ਆਖਿਆ, ਦੇਖੋ ਭਾਈ, ਅੰਤਰਜਾਮੀ ਕਿਸ ਰੰਗ ਵਿੱਚ ਮੌਜ ਮਾਣ ਰਿਹਾ ਹੈ। ਇੱਕ ਦਿਨ ਭਾਈ ਕੇਹਰ ਸਿੰਘ ਜੀ ਬੜੁੰਦੀ ਵਾਲੇ ਸੰਤ ਜੀ ਮਹਾਰਾਜ ਪਾਸ ਬੈਠੇ ਸਨ। ਸੰਤ ਜੀ ਦੇ ਹੱਥ ਵਿੱਚ ਮਹੀਨ ਮਲਮਲ ਦਾ ਇੱਕ ਰੁਮਾਲ ਸੀ। ਸੰਤ ਜੀ ਨੇ ਰੁਮਾਲ ਨੂੰ ਖੁੱਲ੍ਹਾ ਛੱਡ ਕੇ ਹੱਥ ਨੂੰ ਉੱਚਾ ਕਰਕੇ ਆਖਿਆ, ਦੇਖੋ ਭਾਈ, ਪੌਣ ਕਹੀ ਟਿਕਵੀਂ ਚੱਲਦੀ ਹੈ। ਹੁਣ ਦਾਣੇ ਕੱਢਣ ਦਾ ਵੇਲਾ ਹੈ। 50 ਛਜਲੀਆਂ ਛੇਤੀ ਸ਼ਹਿਰ ਤੋਂ ਮੰਗਵਾ ਲਵੋ। ਜਦ ਤੀਕਰ ਆਪਣੀਆਂ ਛਜਲੀਆਂ ਨਹੀਂ ਆਉਂਦੀਆਂ, ਪਿੰਡਾਂ ਪਾਸੋਂ ਮੰਗਾ ਕੇ ਹੀ ਕੰਮ ਚਲਾ ਲਵੋ। 12 ਕੁ ਵਜੇ ਦਾ ਵਕਤ ਸੀ ਤੇ ਸੰਤ ਜੀ ਮਹਾਰਾਜ ਗੁਰਸਾਗਰ ਸਾਹਿਬ ਮਸਤੂਆਨ ਦੇ
ਮਸਤੂਆਣੇ ਦੇ ਇਹਾਤੇ ਅੰਦਰ ਖੂਹ ਪਾਸ ਮੰਜੇ 'ਤੇ ਬੈਠੇ ਸਨ। ਕੁਝ ਵਡੇਰੀ ਉਮਰ ਦੇ ਦੋ ਕਾਬਲੀ ਸਿੰਘ ਅਤੇ ਮੱਥਾ ਟੇਕ ਕੇ ਬੈਠ ਗਏ। ਭਾਈ ਆਤਮਾ ਸਿੰਘ ਜੀ ਗਿਆਨੀ, ਜਿਨ੍ਹਾਂ ਦੀ ਉਮਰ ਉਸ ਸਮੇਂ 12 ਸਾਲ ਦੀ ਸੀ, ਸੰਤ ਜੀ ਮਹਾਰਾਜ ਦੀ ਦਸਤਾਰ ਅਤੇ ਖਫਨੀ ਧੋ ਕੇ ਲਿਆਏ। ਸੰਤ ਜੀ ਨੇ ਹੁਕਮ ਦਿੱਤਾ ਕਿ ਭਾਈ ਰਾਮ ਸਿੰਘ ਜੀ ਪਾਸੋਂ ਮਿੱਠਾ ਲੈ ਕੇ ਇਹਨਾਂ ਨੂੰ ਜਲ ਪਾਣੀ ਛਕਾਓ। ਭਾਈ ਆਤਮਾ ਸਿੰਘ ਤਾਂ ਜਲ ਪਾਣੀ ਤਿਆਰ ਕਰਨ ਲਈ ਚਲਾ ਗਿਆ। ਸੰਤ ਜੀ ਮਹਾਰਾਜ ਇਹਨਾਂ ਪ੍ਰੇਮੀਆਂ ਨਾਲ ਬਚਨ ਬਿਲਾਸ ਕਰਨ ਲੱਗ ਪਏ। ਜਦ ਭੁਜੰਗੀ ਆਤਮਾ ਸਿੰਘ ਮੁੜ ਕੇ ਆਇਆ ਤਦ ਸੰਤ ਜੀ ਨੇ ਪ੍ਰੇਮੀਆਂ ਨੂੰ ਪੁੱਛ ਰਹੇ ਸਨ, ਭਾਈ ਜੱਗੂ ਭਗਤ ਕਾਬਲੀ ਦਾ ਕੀ ਹਾਲ ਹੈ? ਉਹਨਾਂ ਵਿੱਚੋਂ ਵੱਡੇ ਨੇ ਆਖਿਆ, ਮਹਾਰਾਜ ਉਸ ਦੀ ਪੁੱਤਰੀ ਪਠਾਨ ਚੁੱਕ ਕੇ ਲੈ ਗਏ ਹਨ। 3000 ਰੁਪਏ ਦੇ ਕੇ ਬੜੀ ਮੁਸ਼ਕਲ ਨਾਲ ਕੁੜੀ ਮੋੜੀ ਸੂ। ਹੋਰ ਮਹਾਰਾਜ ਜੀ, ਦਾਸ ਨੂੰ ਵੀ 1400 ਰੁਪਏ ਚੱਟੀ ਭਰਨੀ ਪਈ। ਮੇਰੇ ਘਰ ਵਿੱਚ ਗਊ ਬਿਮਾਰ ਸੀ। ਦਾਸ ਨੇ ਕਿਸੇ ਮੁਸਲਮਾਨ ਨੂੰ ਖਬਰ ਨਾ ਕੀਤੀ। ਜੇ ਮੈਂ ਖਬਰ ਕਰਦਾ ਤਾਂ ਮੇਰੇ ਵਿਹੜੇ ਵਿੱਚ ਹੀ ਉਸ ਨੂੰ ਹਲਾਲ ਕਰਦੇ ਅਤੇ ਮੈਂ ਇਸ ਦੇ ਦੁੱਖ ਨੂੰ ਝੱਲ ਨਾ ਸਕਦਾ। ਜਦ ਗਊ ਮਰ ਗਈ ਤੇ ਮੈਂ ਚੁੱਕਣ ਵਾਸਤੇ ਆਖਿਆ ਤਦ ਉਹਨਾਂ ਨੇ 1400 ਰੁਪਏ ਲੈ ਕੇ ਗਊ ਚੱਕੀ। ਮਹਾਰਾਜ ਜੀ, ਸਾਡੇ ਨਾਲ ਇਹ ਹਾਲ ਹੋ ਰਿਹਾ ਹੈ, ਸਾਨੂੰ ਛਡਾਓ। ਤਦ ਸੰਤ ਜੀ ਮਹਾਰਾਜ ਹੱਸ ਪਏ ਅਤੇ ਫਰਮਾਇਆ, ਭਾਈ ਹੋਰ 40 ਕੁ ਸਾਲ ਲੱਗਣਗੇ, ਫਿਰ ਇਹ ਘਟਨਾਵਾਂ ਬਿਲਕੁਲ ਨਹੀਂ ਹੋਇਆ ਕਰਨਗੀਆਂ। ਭਾਈ ਬਖਸ਼ੀਸ਼ ਸਿੰਘ ਜੀ ਬਰਨਾਲੇ ਵਾਲੇ ਪਟਿਆਲੇ ਰਸਾਲਾ ਨੰਬਰ 1 ਵਿੱਚ ਦਫੇਦਾਰ ਸਨ। ਪਹਿਲੀ ਵਾਰੀ ਗੁਰਸਾਗਰ ਸਾਹਿਬ ਮਸਤੂਆਣੇ ਸੰਤ ਜੀ ਦੇ ਦਰਸ਼ਨ ਕਰਨ ਲਈ ਗਏ। ਆਸਾ ਜੀ ਦੀ ਵਾਰ ਦੇ ਭੋਗ ਮਗਰੋਂ ਜਦੋਂ ਸੰਤ ਜੀ ਬਾਹਰ ਗਏ ਤਾਂ ਇਹ ਵੀ ਨਾਲ ਹੋ ਟੁਰੇ। ਸੰਤ ਜੀ ਨੇ ਇਹਨਾਂ ਨੂੰ ਆਖਿਆ, ਤੁਸੀਂ ਸਤਿਗੁਰੂ ਦੀ ਫੌਜ ਵਿੱਚ ਭਰਤੀ ਹੋ ਜਾਓ। ਭਾਈ ਬਖਸ਼ੀਸ਼ ਸਿੰਘ ਜੀ ਨੇ ਸਿਰ ਨਿਵਾ ਕੇ ਜਵਾਬ ਦਿੱਤਾ ਕਿ ਮਹਾਰਾਜ, ਮੈਂ ਬੜਾ ਸ਼ਰਾਬੀ, ਕਬਾਬੀ ਤੇ ਵਿਕਾਰੀ ਪੁਰਸ਼ ਹਾਂ। ਸੰਤ ਜੀ ਨੇ ਫਰਮਾਇਆ, ਨਾ ਭਾਈ, ਇਹ ਕੰਮ ਨਹੀਂ ਕਰਨੇ। ਦੂਜੇ ਦਿਨ ਦਫੇਦਾਰ ਬਖਸ਼ੀਸ਼ ਸਿੰਘ ਪਟਿਆਲੇ ਚਲਾ ਗਿਆ, ਪਰ ਦਰਸ਼ਨ ਦੀ ਖਿੱਚ ਹਿਰਦੇ ਵਿੱਚ ਬਣੀ ਰਹੀ। 10 ਦਿਨਾਂ ਮਗਰੋਂ ਇਹ ਫਿਰ ਗੁਰਸਾਗਰ ਸਾਹਿਬ ਆਇਆ ਤੇ ਦਰਸ਼ਨ ਮੇਲਾ ਕਰਕੇ ਚਲਾ ਗਿਆ। ਤੀਜੀ ਵਾਰੀ ਫਿਰ ਮਸਤੂਆਣੇ ਸਾਹਿਬ ਆਇਆ ਤਾਂ ਸੰਤ ਜੀ ਨੇ ਕਿਹਾ, ਭਾਈ ਗੁਰੂ ਕਾ ਬਣ ਜਾ। ਭਾਈ ਬਖਸ਼ੀਸ਼ ਸਿੰਘ ਨੇ ਪੁੱਛਿਆ, ਮਹਾਰਾਜ, ਗੁਰੂ ਦਾ ਕੀਕਣ ਬਣੀਦਾ ਹੈ? ਸੰਤ ਜੀ ਨੇ ਹੱਸ ਕੇ ਆਖਿਆ, ਤਨ ਮਨ ਧਨ ਗੁਰੂ ਨੂੰ ਦੇ ਦਈਏ ਤਾਂ ਗੁਰੂ ਦਾ ਬਣ ਜਾਈਦਾ ਹੈ। ਭਾਈ ਬਖਸ਼ੀਸ਼ ਸਿੰਘ ਜੀ ਨੇ ਆਖਿਆ, ਸਤ ਬਚਨ ਮਹਾਰਾਜ। ਉਸੇ ਵੇਲੇ ਭਾਈ ਪ੍ਰੇਮ ਸਿੰਘ ਜੀ ਸੇਵਾਦਾਰ ਜਥੇਦਾਰ ਨੂੰ ਸੰਤ ਜੀ ਨੇ ਹੁਕਮ ਦਿੱਤਾ ਕਿ ਇਸ ਪ੍ਰੇਮੀ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਗੁਰੂ ਕਾ ਸੇਵਕ ਬਣਨ ਦਾ ਅਰਦਾਸਾ ਸੋਧ ਦਿਓ। ਅਰਦਾਸੇ ਮਗਰੋਂ ਦਫੇਦਾਰ ਬਖਸ਼ੀਸ਼ ਸਿੰਘ 3 ਸਾਲ ਫੌਜ ਵਿੱਚ ਪਟਿਆਲੇ ਰਿਹਾ, ਪਰ ਇਸ ਨੇ ਸਾਰਾ ਵੈਲ ਛੱਡ ਦਿੱਤਾ। ਰੁੱਖੀ ਸੁੱਖੀ ਖਾ ਕੇ ਗੁਜ਼ਾਰਾ ਕਰਦਾ ਰਿਹਾ ਤੇ ਸਾਰੀ ਤਨਖਾਹ ਗੁਰਸਾਗਰ ਸਾਹਿਬ ਮਸਤੂਆਣੇ ਦੀ ਸੇਵਾ ਵਿੱਚ ਹਾਜ਼ਰ ਕਰਦਾ ਰਿਹਾ। ਜਦੋਂ ਦਿਲ ਵਿੱਚ ਉਬਾਲ ਉੱਠਦਾ ਤਾਂ ਛੁੱਟੀ ਲੈ ਕੇ ਸੰਤ ਜੀ ਪਾਸ ਆ ਜਾਂਦਾ ਅਤੇ ਦਰਸ਼ਨ ਕਰਕੇ ਨਿਹਾਲ ਹੁੰਦਾ। ਇਸ ਤਰ੍ਹਾਂ ਸੇਵਾ ਕਰਦਿਆਂ 1 ਸਾਲ ਹੋ ਗਿਆ। ਇੱਕ ਵੇਰਾ ਇੱਕ ਸਿੰਘ ਨੇ ਇਸ ਨੂੰ ਪੁੱਛਿਆ, ਸੰਤਾਂ ਪਾਸ ਜਾਂਦਿਆਂ ਇੰਨਾ ਚਿਰ ਹੋਇਆ ਈ, ਗੁਰੂ ਮੰਤਰ ਵੀ ਲਿੱਤਾ ਏ ਕਿ ਨਹੀਂ? ਉਹ ਇਹ ਸੁਣ ਕੇ ਚੁੱਪ ਕਰ ਰਿਹਾ, ਪਰ ਜਦੋਂ ਫਿਰ ਸੰਤ ਜੀ ਦੇ ਦਰਸ਼ਨ ਕਰਨ ਲਈ ਆਇਆ ਤਾਂ ਇਸ ਨੇ ਸੰਤ ਜੀ ਦੀ ਸੇਵਾ ਵਿੱਚ ਬੇਨਤੀ ਕੀਤੀ, ਮਹਾਰਾਜ ਜੀ, ਇੱਕ ਸਿੰਘ ਨੇ ਮੈਨੂੰ ਆਪ ਜੀ ਪਾਸੋਂ ਗੁਰੂ ਮੰਤਰ ਲੈਣ ਲਈ ਆਖਿਆ ਹੈ। ਸੰਤ ਜੀ ਹੱਸ ਪਏ ਅਤੇ ਬੜੇ ਪ੍ਰੇਮ ਨਾਲ ਭਾਈ ਜੀ ਦਾ ਕੰਨ ਨੇੜੇ ਕਰਕੇ ਆਖਿਆ, ਵਾਹਿਗੁਰੂ ਸ਼ਬਦ ਦਾ ਅਭਿਆਸ ਕਰਿਆ ਕਰ ਅਤੇ ਅੰਮ੍ਰਿਤ ਵੇਲੇ 5 ਬਾਣੀਆਂ ਜਪ, ਜਾਪ, ਸਵਈ, ਚੌਪਈ ਅਤੇ ਆਨੰਦ ਸਾਹਿਬ, ਸ਼ਾਮ ਨੂੰ ਰਹਿਰਾਸ ਸਾਹਿਬ ਅਤੇ ਸੌਣ ਵੇਲੇ ਸੋਹਿਲਾ ਦਾ ਪਾਠ ਕਰਿਆ ਕਰ। ਨਾਮ ਤੋਂ ਬਿਨਾਂ ਕੋਈ ਸਵਾਸ ਖਾਲੀ ਨਾ ਜਾਵੇ। ਸਿੱਧੇ ਰਸਤੇ ਟੁਰੇ ਜਾਣਾ, ਰਿੱਧੀਆਂ ਸਿੱਧੀਆਂ ਦੀਆਂ ਪੱਗ ਡੰਡੀਆਂ ਛੱਡੀ ਜਾਣਾ, ਇਹ ਮੋਹ ਮਾਇਆ ਹੈ। ਗੁਰ ਮੰਤਰ ਮਿਲਣ ਮਗਰੋਂ ਭਾਈ ਬਖਸ਼ੀਸ਼ ਸਿੰਘ ਜੀ ਨੂੰ ਨਾਮ ਬਾਣੀ ਦਾ ਬੜਾ ਪ੍ਰੇਮ ਹੋ ਗਿਆ। ਇਹ 1 ਵਜੇ ਜਾਗ ਪੈਂਦੇ ਅਤੇ ਇਸ਼ਨਾਨ ਪਾਣੀ ਕਰਕੇ ਸਤਿਗੁਰੂ ਜੀ ਦੀ ਕਾਰ ਵਿੱਚ ਲੱਗ ਪੈਂਦੇ। ਆਪਣੀ ਫੌਜ ਦੀ ਕਵਾਇਦ ਪਰੇਡ ਵਿੱਚ ਹਾਜ਼ਰ ਹੁੰਦੇ। ਇੱਕ ਦਿਨ ਨਿਤਨੇਮ ਅਨੁਸਾਰ ਜਦ ਭਾਈ ਬਖਸ਼ੀਸ਼ ਸਿੰਘ ਜੀ ਨਾਮ ਸਿਮਰਨ ਵਿੱਚ ਜੁਟੇ ਹੋਏ ਸਨ, 4 ਵਜੇ ਦੇ ਕਰੀਬ ਬੜਾ ਪ੍ਰਕਾਸ਼ ਹੋਇਆ ਅਤੇ ਇਹਨਾਂ ਨੂੰ ਸਾਹਮਣੇ ਇੱਕ ਦਰਵਾਜ਼ਾ ਨਜ਼ਰ ਆਇਆ। ਜਦ ਦਰਵਾਜ਼ੇ ਅੰਦਰ ਵੜੇ ਤਾਂ ਕੀ ਦੇਖਦੇ ਹਨ ਕਿ ਜਗਮਗ ਜੋਤ ਦੇ ਪ੍ਰਕਾਸ਼ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬੇ ਗੁਰੂ ਨਾਨਕ ਸਾਹਿਬ ਬੈਠੇ ਹਨ ਅਤੇ 9 ਪਾਤਸ਼ਾਹੀਆਂ ਸੱਜੇ ਖੱਬੇ, 4 ਇੱਕ ਪਾਸੇ ਤੇ 5 ਇੱਕ ਪਾਸੇ ਸੱਜੀਆਂ ਹੋਈਆਂ ਹਨ। ਨੇੜੇ ਹੀ ਇੱਕ ਗੁੱਠ ਵਿੱਚ ਕਾਲੀ ਭੂਰੀ ਲਈ ਸੰਤ ਜੀ ਬੈਠੇ ਹਨ। ਜਦ ਭਾਈ ਬਖਸ਼ੀਸ਼ ਸਿੰਘ ਜੀ ਨੇ ਸਤਿਗੁਰ ਸੱਚੇ ਪਾਤਸ਼ਾਹ ਨੂੰ ਨਮਸਕਾਰ ਕੀਤੀ ਅਤੇ ਵਾਹਿਗੁਰੂ ਜੀ ਕੀ ਫਤਿਹ ਬੁਲਾਈ ਤਦ ਸਤਿਗੁਰੂ ਨਾਨਕ ਦੇਵ ਜੀ ਨੇ ਪੁੱਛਿਆ, ਭਾਈ ਮੰਗ ਜੋ ਕੁਝ ਮੰਗਣਾ ਹੈ। ਭਾਈ ਬਖਸ਼ੀਸ਼ ਸਿੰਘ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਨਾਮਦਾਨ ਬਖਸ਼ੋ।
ਤਦ ਸਤਿਗੁਰੂ ਨੇ ਫਰਮਾਇਆ ਕਿ ਮਸਤੂਆਣੇ ਸਾਹਿਬ ਜਾਓ ਅਤੇ ਸੰਤ ਜੀ ਦੀ ਸੇਵਾ ਵਿੱਚ ਰਹਿ ਕੇ ਅਰਜ ਕਰੋ। ਨਾਮ ਤੁਹਾਡੇ ਹਿਰਦੇ ਵਿੱਚ ਵਸ ਜਾਵੇਗਾ। ਉਹ ਸਾਡਾ ਹੀ ਰੂਪ ਹਨ। ਫਿਰ ਭਾਈ ਬਖਸ਼ੀਸ਼ ਸਿੰਘ ਜੀ ਨੇ ਅਰਜ ਕੀਤੀ ਕਿ ਮਹਾਰਾਜ ਗੁਰੂ ਗ੍ਰੰਥ ਸਾਹਿਬ ਦਾ ਦਰਸ਼ਨ ਕਰਾਓ। ਸਤਿਗੁਰੂ ਜੀ ਨੇ ਇੱਕ ਪਾਸਿਓਂ ਥੋੜ੍ਹਾ ਜਿਹਾ ਰੁਮਾਲ ਚੁੱਕਿਆ ਤਾਂ ਕਰੋੜਾਂ ਸੂਰਜਾਂ ਤੇ ਚੰਦਰਮਾ ਦਾ ਪ੍ਰਕਾਸ਼ ਨਜ਼ਰ ਆਇਆ। ਗੁਰੂ ਗ੍ਰੰਥ ਸਾਹਿਬ ਜੀ ਦੇ ਪੱਤਰੇ ਸੁਨਹਿਰੀ ਅਤੇ ਅੱਖਰ ਰੁਪਹਿਰੀ ਸਨ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਹੱਸ ਕੇ ਫਰਮਾਇਆ, ਕਲਯੁਗ ਦੇ ਸਮੇਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਨ। ਸੰਤ ਸੇਵਕ ਸਾਡਾ ਰੂਪ ਹੋਣਗੇ, ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਹੀ ਸਾਡਾ ਉਪਦੇਸ਼ ਦ੍ਰਿੜਾਉਣਗੇ। ਇਹ ਬਚਨ ਸੁਣਦਿਆਂ ਸਾਰ ਹੀ ਭਾਈ ਬਖਸ਼ੀਸ਼ ਸਿੰਘ ਦੀ ਸਮਾਧੀ ਖੁੱਲ੍ਹ ਗਈ। ਚਿੱਤ ਵਿੱਚ ਵੈਰਾਗ ਨੇ ਉਛਾਲਾ ਖਾਧਾ ਕਿ ਕਿਹੜਾ ਵੇਲਾ ਹੋਵੇ, ਮਸਤੂਆਣੇ ਸਾਹਿਬ ਪਹੁੰਚਾ ਅਤੇ ਸੰਤ ਜੀ ਮਹਾਰਾਜ ਦਾ ਦਰਸ਼ਨ ਕਰਾਂ। ਦਿਨ ਚੜ੍ਹਦੇ ਨਾਲ ਹੀ ਕਰਨਲ ਪਾਸੋਂ ਇੱਕ ਦਿਨ ਦੀ ਛੁੱਟੀ ਲਈ ਅਤੇ ਗੁਰਸਾਗਰ ਸਾਹਿਬ ਪਹੁੰਚ ਕੇ ਸੰਤ ਜੀ ਮਹਾਰਾਜ ਦੇ ਦਰਸ਼ਨ ਕੀਤੇ। 12 ਵਜੇ ਦੁਪਹਿਰ ਦਾ ਵਕਤ ਸੀ। ਸੰਤ ਜੀ ਮਹਾਰਾਜ ਨੇ ਉਹਨਾਂ ਨੂੰ ਗੜਵਾ ਫੜਾ ਦਿੱਤਾ ਅਤੇ ਬਾਹਰ ਜੰਗਲ ਪਾਣੀ ਗਏ। ਮੈਦਾਨ ਖੇਡ ਕੇ ਸੰਤ ਜੀ ਇੱਕ ਦਰਖਤ ਹੇਠ ਬੈਠ ਗਏ ਅਤੇ ਇਸ ਨੂੰ ਪੁੱਛਿਆ ਕਿ ਭਾਈ ਅਭਿਆਸ ਕਰਦਾ ਹੁੰਦਾ ਹੈ? ਇਸ ਨੇ ਆਖਿਆ, ਹਾਂ ਮਹਾਰਾਜ ਜੀ, ਯਤਨ ਕਰਦਾ ਹੁੰਨਾ। ਫਿਰ ਪੁੱਛਿਆ, ਕੁਝ ਅਨੁਭਵ ਹੋਇਆ ਹੀ? ਇਸ ਨੇ ਫਿਰ ਉੱਤਰ ਦਿੱਤਾ, ਮਹਾਰਾਜ ਜੀ ਆਪ ਜਾਣੀ ਜਾਣ ਹੋ। ਤੁਹਾਡੇ ਵਿੱਚ ਅਤੇ ਗੁਰੂ ਨਾਨਕ ਦੇਵ ਜੀ ਵਿੱਚ ਕੋਈ ਭੇਦ ਨਹੀਂ। ਸੰਤ ਜੀ ਮਹਾਰਾਜ ਨੇ ਆਖਿਆ, ਸਤਿਗੁਰ ਮਿਹਰ ਕਰਕੇ ਆਪਣੇ ਕੁੱਕਰ ਨੂੰ ਆਪਣੇ ਨਾਲ ਮਿਲਾ ਲੈਂਦੇ ਹਨ, ਪਰ ਇਹ ਗੱਲ ਕਿਸੇ ਨੂੰ ਜਤਾਉਣ ਦਾ ਹੁਕਮ ਨਹੀਂ। ਕਲਯੁਗ ਵਿੱਚ ਸ਼ਬਦ ਅਵਤਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਚਵਰ ਤਖਤ ਦੇ ਮਾਲਕ ਹਨ। ਸਮੇਂ ਅਤੇ ਹੁਕਮ ਅਨੁਸਾਰ ਸੇਵਕ ਟਹਿਲ ਵਿੱਚ ਹਾਜ਼ਰ ਹੋ ਜਾਂਦੇ ਹਨ। ਖੇਲ ਪ੍ਰਗਟ ਕਰਨ ਨਾਲ ਸੇਵਾ ਅਤੇ ਸਤਿਗੁਰੂ ਦੀ ਟਕਸਾਲ ਵਿੱਚ ਫਰਕ ਪੈਂਦਾ ਹੈ। ਇਸ ਤੋਂ ਪਿੱਛੋਂ ਭਾਈ ਬਖਸ਼ੀਸ਼ ਸਿੰਘ ਨੇ ਨੌਕਰੀ ਛੱਡ ਦਿੱਤੀ ਅਤੇ ਗੁਰਸਾਗਰ ਸਾਹਿਬ ਸੇਵਾ ਵਿੱਚ ਹਾਜ਼ਰ ਹੋ ਗਿਆ। ਕਈ ਵਾਰੀ ਇਹ ਅਜਰ ਵਸਤੂ ਨੂੰ ਜਰ ਨਾ ਸਕਦਾ ਅਤੇ ਕਹਿ ਦਿੰਦਾ ਕਿ ਭਾਈ ਸੰਤ ਸਮੇਂ ਦੇ ਅਵਤਾਰ ਹਨ। ਸੰਤ ਜੀ ਇਸ ਨੂੰ ਤਾੜਦੇ ਅਤੇ ਕਹਿੰਦੇ, ਭਾਈ ਕੁਝ ਬਣਨ ਦਾ ਹੁਕਮ ਨਹੀਂ ਹੈ, ਭਲਾ ਇਹਦੇ ਵਿੱਚ ਹੀ ਹੈ। ਸਮਾਂ ਪਾ ਕੇ ਸੰਤ ਜੀ ਮਹਾਰਾਜ ਨੇ ਭਾਈ ਬਖਸ਼ੀਸ਼ ਸਿੰਘ ਨੂੰ ਗੜਵਈ ਦਾ ਪਹਿਰਾ ਬਖਸ਼ਿਆ। ਇਹ ਰਾਤ ਦੇ ਵੇਲੇ ਸੰਤ ਜੀ ਮਹਾਰਾਜ ਦੇ ਪਲੰਘ ਦੇ ਪਾਸ ਧਰਤੀ 'ਤੇ ਹੀ ਲੇਟਿਆ ਕਰਦੇ ਸਨ। ਅੰਮ੍ਰਿਤ ਵੇਲੇ ਇਸ਼ਨਾਨ ਪਾਣੀ ਕਰਾਉਂਦੇ ਸੰਤ ਜੀ ਰਾਤ ਵਿੱਚ ਕਈ ਵਾਰੀ 12-1 ਵਜੇ ਆਪਣੇ ਮੰਜੇ 'ਤੇ ਉੱਠ ਕੇ ਬੈਠ ਜਾਂਦੇ ਅਤੇ ਭਾਈ ਬਖਸ਼ੀਸ਼ ਸਿੰਘ ਜੀ ਵੀ ਉੱਠ ਖਲੋਂਦੇ। ਸੰਤ ਜੀ ਮਹਾਰਾਜ ਇਸ ਨੂੰ ਸਮਝਾਉਂਦੇ ਕਿ ਭਾਈ ਤੂੰ ਸੁੱਤਾ ਰਿਹਾ ਕਰ, ਤੇਰੇ ਜਾਗਣ ਦਾ ਵਕਤ 2 ਵਜੇ ਹੈ। ਉਸ ਵੇਲੇ ਅਸੀਂ ਆਪ ਹੀ ਆਵਾਜ਼ ਦਿਆ ਕਰਾਂਗੇ। ਪਰ ਭਾਈ ਬਖਸ਼ੀਸ਼ ਸਿੰਘ ਜੀ ਨਾ ਮੁੜੇ। ਸੰਤ ਜੀ ਮਹਾਰਾਜ ਨੂੰ ਕਈ ਵਾਰੀ ਰਾਤ ਨੂੰ ਜਾਗਦੇ ਦੇ ਕੇ ਇਸ ਨੇ ਪੁੱਛਿਆ, ਮਹਾਰਾਜ ਜੀ ਆਪ ਰਾਤ ਵਿੱਚ ਕਈ ਵਾਰੀ ਪਲੰਘ 'ਤੇ ਅੱਬੜ ਵਾਹੇ ਉੱਠ ਖਲੋਂਦੇ ਹੋ, ਇਸ ਦਾ ਕੀ ਕਾਰਨ ਹੈ? ਸੰਤ ਜੀ ਨੇ ਫਰਮਾਇਆ, ਭਾਈ ਤੂੰ ਪੁੱਛ ਕੇ ਕੀ ਲੈਣਾ ਹੈ, ਆਪਣਾ ਆਨੰਦ ਲੈ। ਪਰ ਇਹ ਨਾ ਮੁੜਿਆ। ਆਖਰ ਸੰਤ ਜੀ ਨੇ ਇੱਕ ਦਿਨ ਕਿਹਾ, ਭਾਈ ਜਿਸ ਵੇਲੇ ਅਸੀਂ ਰਾਤ ਬਿਰਾਜਦੇ ਹਾਂ, ਸਾਨੂੰ ਅਨੁਭਵ ਹੁੰਦਾ ਹੈ ਕਿ ਸੰਸਾਰ ਧਾਨਾਂ ਵਾਂਗੂ ਭੱਠੀ ਵਿੱਚ ਭੁੱਜ ਰਿਹਾ ਹੈ। ਇਹ ਕਸ਼ਟ ਸਾਡੇ ਕੋਲੋਂ ਸਹਾਰਿਆ ਨਹੀਂ ਜਾਂਦਾ। ਅਸੀਂ ਉੱਠ ਕੇ ਬੈਠਦੇ ਹਾਂ ਅਤੇ ਕਰਤਾਰ ਅੱਗੇ ਅਰਦਾਸ ਕਰਦੇ ਹਾਂ। ਸੰਤ ਜੀ ਮਹਾਰਾਜ ਨੇ ਭਾਈ ਬਖਸ਼ੀਸ਼ ਸਿੰਘ ਦੇ ਪ੍ਰਸ਼ਨ ਦਾ ਉੱਤਰ ਤਾਂ ਦੇ ਦਿੱਤਾ, ਪਰ ਗੜਵਾਈ ਦੀ ਸੇਵਾ ਤੋਂ ਉਸ ਨੂੰ ਹਟਾ ਦਿੱਤਾ। ਸੱਚ ਹੈ, ਫਕੀਰਾਂ ਦੀ ਖੇਡ ਵਿੱਚ ਦਖਲ ਦੇਣਾ ਠੀਕ ਨਹੀਂ ਹੁੰਦਾ। ਸੰਤ ਜੀਵਾ ਸਿੰਘ ਜੀ ਨਨਕਾਣਾ ਸਾਹਿਬ ਬਿਰਾਜਦੇ ਅਤੇ ਭਾਈ ਸੁੰਦਰ ਸਿੰਘ ਜੀ ਇਹਨਾਂ ਦੀ ਸੇਵਾ ਕਰਦੇ। ਦੁਆਬੇ ਦਾ ਇੱਕ ਸਰਦਾਰ ਨਨਕਾਣੇ ਸਾਹਿਬ ਦਰਸ਼ਨ ਮੇਲੇ ਲਈ ਆਇਆ। ਇਸ ਨੇ ਸੰਤ ਜੀਵਾ ਸਿੰਘ ਜੀ ਦੀ ਸੇਵਾ ਵਿੱਚ ਬੇਨਤੀ ਕੀਤੀ, ਆਪ ਮੇਰੇ ਪਾਸ ਦੁਆਬੇ ਵਿੱਚ ਚੱਲੋ, ਮੈਂ ਉੱਥੇ ਆਪ ਨੂੰ ਇਕਾਂਤ ਵਿੱਚ ਸਿਮਰਨ ਕਰਨ ਲਈ ਕੁਟੀਆ ਪਾ ਦੇਵਾਂਗਾ। ਇਸ ਦੇ ਪ੍ਰੇਮ ਕਰਕੇ ਸੰਤ ਜੀਵਾ ਸਿੰਘ ਜੀ ਆਪਣੇ ਸੇਵਕ ਸਮੇਤ ਦੁਆਬੇ ਚਲੇ ਗਏ, ਪਰ ਉੱਥੇ ਉਹਨਾਂ ਦਾ ਚਿੱਤ ਨਾ ਲੱਗਾ ਤੇ ਫਤਿਹਗੜ੍ਹ ਸਾਹਿਬ ਦਰਸ਼ਨ ਮੇਲਾ ਕਰਕੇ ਪਟਿਆਲੇ ਜਾ ਪਹੁੰਚੇ। ਇਸ ਜਗ੍ਹਾ ਇਹਨਾਂ ਨੂੰ ਸੰਕਲਪ ਹੋਇਆ ਕਿ ਚਲੋ ਮਸਤੂਆਣਾ ਸਾਹਿਬ ਚੱਲ ਕੇ ਸੰਤ ਜੀ ਮਹਾਰਾਜ ਦਾ ਦਰਸ਼ਨ ਕਰੀਏ। ਪਟਿਆਲੇ ਤੋਂ ਸੰਗਰੂਰ ਆਏ ਅਤੇ ਮਸਤੂਆਣੇ ਅੱਪੜ ਕੇ ਪਤਾ ਲੱਗਾ ਕਿ ਸੰਤ ਜੀ ਭੈਣੀ ਪਿੰਡ ਜੋ ਗੁਰਸਾਗਰ ਸਾਹਿਬ ਮਸਤੂਆਣੇ ਤੋਂ 4 ਕੋਹ 'ਤੇ ਹੈ ਗਏ ਹੋਏ ਹਨ। ਦੂਜੇ ਦਿਨ ਅੰਮ੍ਰਿਤ ਵੇਲੇ ਸੰਗਤ ਨੇ ਇੱਕ ਪਿੰਡ ਤੋਂ ਤੂੜੀ ਲਿਆਉਣ ਵਾਸਤੇ ਗੱਡਾ ਤਿਆਰ ਕੀਤਾ। ਰਸਤੇ ਵਿੱਚ ਹੀ ਭੈਣੀ ਆਉਂਦੀ ਸੀ। ਸੰਤ ਭਾਈ ਜੀਵਾ ਸਿੰਘ ਜੀ ਨੇ ਆਪਣੇ ਸੇਵਕ ਸਮੇਤ ਗੱਡੇ 'ਤੇ ਚੜ੍ਹ ਗਏ ਅਤੇ ਸ਼ਾਮ ਦੇ 4 ਵਜੇ ਦੇ ਕਰੀਬ ਭੈਣੀ ਜਾ ਆਪਣੇ। ਅੱਗੇ ਦੀਵਾਨ ਸੱਜਿਆ ਹੋਇਆ ਸੀ। ਸੰਤ ਜੀ ਸਤਿਗੁਰ ਦੀ ਤਾਬਿਆ ਬੈਠੇ ਸਨ। ਸੰਤ ਭਾਈ ਜੀਵਾ ਸਿੰਘ ਤੇ ਭਾਈ ਸੁੰਦਰ ਸਿੰਘ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਕੇ ਸੰਤ ਜੀ ਮਹਾਰਾਜ ਦੇ ਸਾਹਮਣੇ ਬੈਠ ਗਏ। ਸੰਤ ਜੀ ਦੀ ਇਹਨਾਂ
ਤੇ ਕਿਰਪਾ ਦ੍ਰਿਸ਼ਟੀ ਪਈ। ਜਿਸ ਪਾਸੇ ਬੈਠੇ ਸਨ ਉਧਰੋਂ ਸੰਗਤ ਘੱਟ ਬੋਲਦੀ ਸੀ ਅਤੇ ਦੂਜੇ ਪਾਸੇ ਸ਼ਬਦ ਦੀ ਗੜਗੜ ਖੂਬ ਪੈਂਦੀ ਸੀ। ਸੰਤ ਭਾਈ ਜੀਵਾ ਸਿੰਘ ਜੀ ਨੇ ਆਪਣੇ ਸੇਵਕ ਭਾਈ ਸੁੰਦਰ ਸਿੰਘ ਜੀ ਨੂੰ ਆਖਿਆ, ਅਸੀਂ ਤਕੜੇ ਹੋ ਕੇ ਬੋਲੀਏ ਤਾਂ ਸਾਡੇ ਪਾਸੇ ਦੀ ਸੰਗਤ ਵੀ ਗੱਜ ਪਈ। ਉਸ ਨੇ ਆਖਿਆ 7 ਬਚਨ। ਜਦੋਂ ਸੰਤ ਜੀਵਾ ਸਿੰਘ ਜੀ ਨੇ ਤੇ ਇਹਨਾਂ ਦੇ ਸੇਵਕ ਆਪਣੀ ਤੀਜੀ ਵਾਰੀ ਪਰ ਉੱਚੀ ਬੋਲਣ ਲੱਗੇ ਤਦ ਨਾਲ ਦੀਆਂ ਸੰਗਤਾਂ ਵੀ ਗੱਜ ਪਈਆਂ। ਪੰਚਮ ਸੁਰ ਵਿੱਚ ਸ਼ਬਦ ਦੀ ਉਹ ਗੂੰਜ ਪਈ ਕਿ ਸੰਤ ਜੀ ਬੜੇ ਪ੍ਰਸੰਨ ਹੋਏ, ਮਾਨੋ ਸ਼ਬਦ ਦਾ ਰੂਪ ਹੀ ਹੋ ਗਏ ਅਤੇ ਸ਼ੇਰ ਵਾਂਗੂ ਗੱਜੇ। ਸੰਤ ਭਾਈ ਜੀਵਾ ਸਿੰਘ ਜੀ ਆਖਦੇ ਹਨ ਕਿ ਉਸ ਸਮੇਂ ਦਾ ਰਸ ਇਸ ਵੇਲੇ ਵੀ ਸਾਡੇ ਅੰਦਰ ਠਾਠਾ ਮਾਰ ਰਿਹਾ ਹੈ। ਰਾਤ ਦੇ ਵਕਤ ਭਾਈ ਜੀਵਾ ਸਿੰਘ ਜੀ ਭੈਣੀ ਪਿੰਡ ਦੇ ਬਾਹਰ ਇੱਕ ਇਕਾਂਤ ਕੁਟੀਆ ਵਿੱਚ ਰਹੇ ਅਤੇ ਆਸਾ ਜੀ ਦੀ ਵਾਰ ਵਿੱਚ ਹਾਜ਼ਰ ਨਾ ਹੋ ਸਕੇ। ਜਦ ਸੰਤ ਜੀ ਮਹਾਰਾਜ ਦੀਵਾਨ ਤੋਂ ਉੱਠ ਕੇ ਬਾਹਰ ਆਏ ਤਾਂ ਸੰਤ ਜੀਵਾ ਸਿੰਘ ਜੀ ਨੇ ਸੇਵਕ ਸਮੇਤ ਨਮਸਕਾਰ ਕਰਕੇ ਵਾਹਿਗੁਰੂ ਜੀ ਕੀ ਫਤਿਹ ਬੁਲਾਈ। ਸੰਤ ਜੀ ਨੇ ਪੁੱਛਿਆ, ਸਿੰਘ ਜੀ ਕੀਰਤਨ ਵਿੱਚ ਦਰਸ਼ਨ ਨਹੀਂ ਹੋਏ? ਤਾਂ ਸੰਤ ਜੀਵਾ ਸਿੰਘ ਨੇ ਬੇਨਤੀ ਕੀਤੀ, ਮਹਾਰਾਜ ਦਾਸ ਦੀਵਾਨੇ ਮਸਤਾਨੇ ਹਨ, ਨਾਲ ਹੀ ਨਿਤਨੇਮ ਕੁਝ ਜ਼ਿਆਦਾ ਹੋਣ ਕਰਕੇ ਨਹੀਂ ਆ ਸਕੇ। ਤਾਂ ਸੰਤ ਜੀ ਮਹਾਰਾਜ ਖੁਸ਼ ਹੋ ਕੇ ਬੋਲੇ, ਵਾਹ ਵਾਹ, ਕੋਈ ਗੱਲ ਨਹੀਂ, ਬੜੀ ਖੁਸ਼ੀ। ਫਿਰ ਸੰਤ ਜੀਵਾ ਸਿੰਘ ਜੀ ਨੇ ਬੇਨਤੀ ਕੀਤੀ, ਮਹਾਰਾਜ ਦਰਸ਼ਨ ਨੂੰ ਚਿੱਤ ਕੀਤਾ ਸੀ, ਮੈਂ ਆਪ ਦੀ ਖੁਸ਼ੀ ਹੋਈ, ਸੋ ਆਪ ਦੀ ਖੁਸ਼ੀ ਹੋਈ ਹੈ, ਹੁਣ ਦਾਸ ਨੂੰ ਆਗਿਆ ਬਖਸ਼ੋ। ਤਾਂ ਸੰਤ ਜੀ ਮਹਾਰਾਜ ਨੇ ਪ੍ਰਸੰਨ ਹੋ ਕੇ ਖੁਸ਼ੀਆਂ ਬਖਸ਼ੀਆਂ। ਮੁੜ ਇਸੇ ਗੱਡੇ ਤੇ ਸੰਤ ਜੀਵਾ ਸਿੰਘ ਜੀ ਸਿੱਖੇ ਜਰੂਰ ਸਟੇਸ਼ਨ ਤੇ ਅੱਪੜੇ ਅਤੇ ਇੱਥੋਂ ਗੱਡੀ ਚੜ੍ਹ ਕੇ ਨਨਕਾਣਾ ਸਾਹਿਬ ਆ ਗਏ। ਸੰਤ ਭਾਈ ਜੀਵਾ ਸਿੰਘ ਜੀ ਨੂੰ ਨਿਸ਼ਚਾ ਹੋ ਗਿਆ ਕਿ ਸਾਖੀ ਰੂਪ ਸੰਤ ਜੀ ਮਹਾਰਾਜ ਨੇ ਗੱਡੇ ਦੀ ਖੇਲ ਆਪ ਵਰਤਾਈ ਹੈ। ਗੱਡਾ ਬੜਾ ਸੁੰਦਰ ਸੀ, ਝਟਕਾ ਨਹੀਂ ਸੀ ਲੱਗਦਾ ਤੇ ਗੱਡੇ ਤੇ ਹੱਕਣ ਵਾਲੇ ਵੀ ਬਲਦਾਂ ਨੂੰ ਮਿੱਠਾ ਬੋਲ ਕੇ ਹੱਕਦੇ ਹੋਇਆ ਆਖਦੇ ਸਨ, ਬੋਲ ਵਾਹਿਗੁਰੂ, ਮਾਨੋ ਕਿ ਦੇਵਤੇ ਆਕਾਸ਼ ਤੋਂ ਉਤਰੇ ਹਨ ਤੇ ਸਭ ਵਿੱਚ ਰਾਮ ਭਰਪੂਰ ਦੇਖਦੇ ਹਨ। ਇਹ ਸਾਰੀ ਸੰਤ ਜੀ ਮਹਾਰਾਜ ਦੀ ਪ੍ਰਤੱਖ ਵਡਿਆਈ ਸੀ, ਜਿਨ੍ਹਾਂ ਦੇ ਸੇਵਕਾਂ ਦੀ ਇੰਨੀ ਉੱਚੀ ਅਵਸਥਾ ਸੀ ਕਿ ਦਰਸ਼ਨ ਕੀਤਿਆਂ ਜਨਮ ਜਨਮ ਦੀ ਪਾਪ ਮੈਲ ਲੈ ਜਾਂਦੀ ਸੀ। ਉਹਨਾਂ ਦੇ ਸਿੱਖਿਆ ਦਾਤਾ ਸ਼੍ਰੀ ਸੰਤ ਜੀ ਦੀ ਵਡਿਆਈ ਕੌਣ ਵਰਣਨ ਕਰ ਸਕਦਾ ਹੈ। ਅਗਲੀਆਂ ਸਾਖੀਆਂ ਇਸ ਤੋਂ ਅਗਲੇ ਭਾਗ ਦੇ ਵਿੱਚ ਪੜ੍ਹਾਂਗੇ। ਧੰਨਵਾਦ। ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਨੂੰ ਕੰਟੀਨਿਊਸਲੀ ਅਪਡੇਟਸ ਮਿਲਦੇ ਰਹਿਣ।